बीबी कौंसल वालिਆਂ ਕੋਲ ਜਾਓ, ਧੌਣ ਤੇ ਗੋਡਾ ਵੀ ਰਖਵਾਓ, ਲੱਖਾਂ ਰੁਪਏ ਵੀ ਫਸਵਾਓ, ਜਾਲੀ ਕਾਗਜ਼ ਵੀ ਪਾਓ ਤੇ ਉਸ ਤੋਂ ਬਾਅਦ ਫਿਰ ਲੀਗਲ ਨੋਟਿਸ ਵੀ ਪਾਓ। ਸੰਦੀਪ ਜੀ मैं ठीक है? बिल्कुल बिल्कुल ਇਹ ਕੁਛ ਹੋਇਆ ਤੁਹਾਡੇ ਨਾਲ? बिल्कुल मेरे नाल बीबीसी काउंसिल इमीग्रेशन मुर्दाबाद 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 बीबीसी काउंसिल इमीग्रेशन मुर्दाबाद। इतना ਦੇ 10 ਬੰਦੇ ਹੋਰ ਉੱਠਣੇ ਆ, ਲੋਕਾਂ ਦੇ ਪੈਸੇ ਮਰੋ, ਆਰਾਮ ਨਾਲ ਐਸ਼ ਕਰੋ। ਮੈਨੂੰ ਤਾਂ ਸ਼ੱਕ ਹੈ ਕਿਤੇ ਹੋਰ ਮਹੀਨੇ ਡੇਢ ਮਹੀਨੇ ਬਾਅਦ ਇਹ ਫੌਰਨ ਨਾ ਚਲੇ ਜਾਵੇ। ਇਹਦਾ ਤਾਂ ਪਾਸਪੋਰਟ ਸਿਲੰਡਰ ਲਾਉਣਾ ਚਾਹੀਦਾ ਸਰਕਾਰ ਨੂੰ। मेरी आ गया लाओ जी, देखो लॉक लग गया। आ देखो सर अंदर बाहर के बोल अंदर बाहर के सारे कुटन का पूरा प्रोग्राम लाया चाबी देती ਤੁਹਾਡੇ ਸਾਹਮਣੇ। आ देखो सर ਕਿੰਨੇ ਮਾਪੇ ਅੰਦਰ ਬੈਠੇ ਸੀ? ਅਸੀਂ ਆ ਸਾਰੇ 7-8 ਫੈਮਲੀਆਂ ਜਿਹੜੀਆਂ ਪੇ ਸਾਰਿਆਂ ਨੂੰ ਬੰਦ ਕਰ ਲਿਆ ਅੰਦਰ? ਸਾਰੇ ਅੰਦਰ ਬੰਦ ਕਰਕੇ ਇਹਨਾਂ ਨੇ ਇੱਥੇ ਜਿੰਦਾ ਲਾਤਾ। ਫਿਰ ਪੁੱਛਦੇ ਹਾਂ, ਤੁਸੀਂ ਲੋਕਾਂ ਨੂੰ ਰਿਕਮੈਂਡ ਕਰੋਗੇ ਕਿ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਕੋਲ ਜਾਓ? ਮੈਂ ਕਦੀ ਨਹੀਂ ਰეკਮੈਂਡ ਕਰਾਂ, ਕਦੀ ਵੀ ਨਹੀਂ। ਕੁਝ ਦਿਨ ਪਹਿਲਾਂ ਸਾਡੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਕਿ ਜੇਕਰ ਤੁਸੀਂ ਵੀ ਕਿਸੇ ਟਰੈਵਲ ਏਜੰਟ ਦੇ ਕੋਲ ਆਪਣੀ ਫਾਈਲ ਲਗਵਾ ਕੇ ਪਛਤਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਵੀ ਕਿਸੇ ਟਰੈਵਲ ਏਜੰਟ ਦੇ ਕੋਲ ਆਪਣੇ ਲੱਖਾਂ ਰੁਪਏ ਫਸਵਾਉਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਵੀ ਕਿਸੇ ਟਰੈਵਲ ਏਜੰਟ ਤੋਂ ਆਪਣੀ ਹੀ ਧੌਣ ਤੇ ਗੋਡਾ ਰਖਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਸੰਪਰਕ ਕਰੋ ਬੀਬੀ ਕੌਂਸਲ ਦੇ ਰਵੀ ਸਾਹਿਬ ਉਰਫ ਰਵੀ ਬਰਾੜ ਉਰਫ ਰਵਿੰਦਰ ਰਵਿੰਦਰ ਸਿੰਘ ਬਰਾੜ ਦੇ ਨਾਲ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਇੱਕ ਚੀਜ਼ ਹੋਰ ਵਾਧਾ ਹੋਇਆ ਹੈ। ਇੰਨੀਆਂ ਖੂਬੀਆਂ ਤੋਂ ਬਾਅਦ ਜੇਕਰ ਤੁਸੀਂ ਆਪਣੇ ਲੱਖਾਂ ਰੁਪਏ ਫਸਵਾ ਕੇ ਫਿਰ ਧਮਕੀਆਂ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰੋ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਉਰਫ ਰਵੀ ਬਰਾੜ ਉਰਫ ਰਵਿੰਦਰ ਬਰਾੜ ਦੇ ਨਾਲ। ਇਹ ਗੱਲ ਅਸੀਂ ਨਹੀਂ ਕਹਿੰਦੇ, ਇਸ ਗੱਲ ਦੀ ਗਵਾਹੀ ਦਿੰਦਾ ਹੈ ਅੱਜ ਦਾ ਇਹ ਮਾਮਲਾ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੰਦੀਪ ਕੁਮਾਰ ਜੀ, ਗੱਲਬਾਤ ਕਰਾਂਗੇ। ਸੰਦੀਪ ਜੀ ਬਹੁਤ ਸਵਾਗਤ ਹੈ ਤੇ ਮੈਂ ਸਿੱਧਾ ਸਵਾਲ ਤੇ ਆਵਾਂਗਾ। ਸੁਣਿਆ ਹੈ ਤੁਹਾਨੂੰ ਕੋਈ ਧਮਕੀ ਆਈ ਹੈ ਜਾਂ ਲੀਗਲ ਨੋਟਿਸ ਭੇਜਿਆ ਗਿਆ ਬੀਬੀ ਕੌਂਸਲ ਵੱਲੋਂ? ਕਾਰਨ ਕੀ ਹੈ? ਤੁਸੀਂ ਉਹਨਾਂ ਦੇ ਸੰਪਰਕ ਵਿੱਚ ਕਿਵੇਂ ਆਏ ਤੇ ਲੀਗਲ ਨੋਟਿਸ ਕਿਉਂ ਭੇਜਿਆ ਗਿਆ? ਪਹਿਲਾਂ ਤਾਂ ਅਮਨਜੀਤ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜਿਹੜਾ ਕਿ ਤੁਸੀਂ ਮੇਰੇ ਕਮੈਂਟ ਨੂੰ ਦੇਖ ਕੇ ਮੈਨੂੰ ਕੰਟੈਕਟ ਕੀਤਾ। ਬਿਲਕੁਲ ਸਹੀ ਗੱਲ ਹੈ ਜੀ, ਬੀਬੀ ਕੌਂਸਲ ਨੇ ਮੈਨੂੰ ਮੇਰੀ ਬੇਟੀ ਨੂੰ ਲੀਗਲ ਨੋਟਿਸ ਭੇਜਿਆ ਹੋਇਆ ਆ। ਉਹਦਾ ਰੀਜ਼ਨ ਕੀ ਹੈਗਾ ਕਿ ਮੈਂ ਬੀਬੀ ਕੌਂਸਲ ਤੋਂ ਆਪਣੀ ਬੇਟੀ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ। ਜਦੋਂ ਕੁਝ ਟਾਈਮ ਬਾਅਦ ਵੀਜ਼ਾ ਨਹੀਂ ਹੋਇਆ, ਮੈਨੂੰ ਡਿਮਾਂਡ ਜੋ ਕੀਤੀ ਗਈ, ਮੈਂ ਇਹਨਾਂ ਦੀ ਡਿਮਾਂਡ ਪੂਰੀ ਕਰਦਾ ਗਿਆ। ਮੈਂ ਜਦੋਂ ਕਾਲਜ ਨੂੰ ਕੰਟੈਕਟ ਕੀਤਾ ਹੈਗਾ ਤੇ ਕਾਲਜ ਨੇ ਰਿਫਿਊਜ਼ ਕਰਤਾ ਕਿ ਬੱਚੇ ਦਾ ਐਡਮਿਸ਼ਨ ਹੈ ਨਹੀਂ ਹੋ। ਮੈਂ ਫੀਸਾਂ ਭਰ ਚੁੱਕਾ ਸੀ, ਸਭ ਕੁਝ ਸੀ। ਜਦੋਂ ਇਹਨਾਂ ਨਾਲ ਮੈਂ ਕੰਟੈਕਟ ਕੀਤਾ ਕਿ ਮੇਰੇ ਜਾਂ ਤਾਂ ਪੈਸੇ ਵਾਪਸ ਮੋੜੋ, ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਡਾ ਜੋ ਵੀ ਤੁਹਾਡਾ ਹੈਗਾ ਆ ਡਾਟਾ ਹੈਗਾ ਆ, ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦੇਣਾ ਹੈ। ਉਹਦੀ ਐਵਜ ਦੇ ਵਿੱਚ ਇਹਨਾਂ ਨੇ ਮੈਨੂੰ ਨੋਟਿਸ ਭੇਜਤਾ ਜੇਕਰ ਮੈਂ ਕੁਝ ਵੀ ਸ਼ੇਅਰ ਕਰਦਾ ਆ ਤੇ ਇਹ ਮੇਰੀ ਬੇਟੀ ਦੇ ਤੇ ਮੇਰੇ ਉੱਤੇ 5 ਕਰੋੜ ਦਾ ਦਾਵਾ ਸੂਟ ਫਾਈਲ ਕਰਨਗੇ। ਸੰਦੀਪ ਜੀ, ਕੀ ਸਾਡੇ ਦੇਸ਼ ਵਿੱਚ ਸੱਚ ਬੋਲਣ ਤੇ ਮਨਾਹੀ ਹੈ? ਬੋਲਣ ਤੇ ਮਨਾਹੀ ਤਾਂ ਹੈ ਨਹੀਂ ਹੋ, ਲੇਕਿਨ ਜਿਹੜੇ ਇਹ ਗੁੰਡੇ ਪਾਲ ਕੇ ਬੈਠੇ ਹੋਏ ਆ, ਤੁਸੀਂ ਕੀ ਕਰੋਗੇ? ਆਪਣੇ ਬੱਚਿਆਂ ਦੇ ਫਿਊਚਰ ਲਈ ਕਰੋਗੇ ਕਿ ਹੁਣ ਮੇਰੀ ਬੇਟੀ ਜਸਟ ਇਸ ਸਮੇਂ 19 ਸਾਲ ਦੀ ਆ। ਜੇਕਰ ਉਹਨੂੰ ਕੋਈ ਲੀਗਲ ਨੋਟਿਸ ਆਉਂਦਾ ਹੈਗਾ ਜਾਂ ਕੁਝ ਆਉਂਦਾ, ਮੈਂ ਉਹਨੂੰ ਕੋਰਟ ਕਚਹਿਰੀਆਂ 'ਚ ਪਾਊਂਗਾ ਕਿ ਜਾਂ ਉਹਦੀ ਪੜ੍ਹਾਈ ਵੱਲ ਫੋਕਸ ਕਰੂੰਗਾ। ਲੇਕਿਨ ਤੁਹਾਡੀ ਬੇਟੀ ਨੇ ਕੁਝ ਕਿਹਾ ਇਹਨਾਂ ਨੂੰ? ਕਦੀ ਵੀ ਨਹੀਂ। ਉਹਦਾ ਸਾਰਾ ਕੇਸ ਹੀ ਮੈਂ ਹੈਂਡਲ ਕੀਤਾ ਹੋਇਆ ਹੈ। ਫਿਰ ਇਹਨਾਂ ਨੇ ਤੁਹਾਡੀ ਬੇਟੀ ਦੇ ਨਾਮ ਲੀਗਲ ਨੋਟਿਸ ਕਿਉਂ ਭੇਜਿਆ? ਇਹ ਤਾਂ ਹੁਣ ਇਹ ਦੱਸਣਗੇ ਜੀ, ਮੈਂ ਥੋੜਾ ਦੱਸ ਸਕਦਾ। ਚਲੋ ਅਸੀਂ ਮੁੱਦੇ ਤੇ ਮੁੜ ਕੇ ਆਉਂਦੇ ਹਾਂ। ਸ਼ੁਰੂਆਤ ਕਿੱਥੋਂ ਹੈ? ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਇਹ ਵੀਡੀਓ ਦੇਖ ਰਹੇ ਹੋਣਗੇ, ਕਿਉਂਕਿ ਬਹੁਤ ਸਾਰੇ ਚੈਨਲਾਂ ਤੇ ਮੈਨੂੰ ਗੁਰਰੇਜ਼ ਨੇ ਇਹ ਗੱਲ ਕਹਿਣ ਤੋਂ ਕਿ ਕੁਝ ਪੈਸਿਆਂ ਦੀ ਏਵਜ਼ ਦੇ ਵਿੱਚ ਹੀ ਇੱਥੋਂ ਤੱਕ ਰਵੀ ਸਾਹਿਬ ਨੂੰ ਬਣਾ ਕੇ ਦਿਖਾਇਆ ਜਾਂਦਾ ਹੈ ਜਾਂ ਇਹ ਆਪ ਲਿਖਵਾਉਂਦੇ ਨੇ ਗਰੀਬਾਂ ਦਾ ਮਸੀਹਾ। ਤੁਸੀਂ ਕਹਿੰਦੇ ਹੋ ਕਿ ਪੈਸੇ ਫਸ ਗਏ, ਪੈਸੇ ਨਹੀਂ ਦੇ ਰਹੇ, ਧਮਕੀਆਂ ਦੇ ਰਹੇ ਨੇ, ਪਰ ਆਪਣੇ ਆਪ ਨੂੰ ਤਾਂ ਇਹ ਰਵੀ ਸਾਹਿਬ ਜੋ ਨੇ ਬੀਬੀ ਕੌਂਸਲ ਵਾਲੇ ਗਰੀਬਾਂ ਦਾ ਮਸੀਹਾ ਖਵਾਉਂਦੇ ਨੇ। ਦੇਖੋ ਜੀ, ਮਸੀਹਾ ਖਵਾਉਂਦੇ ਜਾਂ ਨਹੀਂ ਖਵਾਉਂਦੇ ਮੈਂ ਤਾਂ ਨਹੀਂ ਜਾਣਦਾ ਇਸ ਗੱਲ ਤੋਂ। ਮੈਂ ਵੀ ਇਸੇ ਤਰ੍ਹਾਂ ਹੀ ਇਹਨਾਂ ਦੀਆਂ ਵੀਡੀਓ ਦੇਖ ਕੇ ਇਹਨਾਂ ਦੇ ਕੋਲ ਗਿਆ ਸੀਗਾ। ਜਦੋਂ ਮੈਂ ਉੱਥੇ ਗਿਆ ਤਾਂ ਇਹਨਾਂ ਦੇ ਜਿਹੜਾ ਸਟਾਫ ਜੋ ਵੀ ਹੈਗਾ ਆ ਰਵੀ ਸਾਹਿਬ ਦਾ ਹੈਗਾ ਆ, ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿ ਪਹਿਲਾਂ ਤੁਸੀਂ 35,000 ਰੁਪਇਆ ਪਹਿਲਾਂ ਦੇਣਾ ਹੈਗਾ, ਕਾਲਜ ਦੀ ਫੀਸ ਹੋ ਗਈ, GIC ਅਮਾਊਂਟ ਹੋ ਗਈ, ਤੇ ਜੇ ਕਹਿੰਦੇ ਤੁਸੀਂ ਸਾਡੇ ਤੋਂ ਫਾਈਨੈਂਸ ਵੀ ਲੈਣਾ ਤੁਸੀਂ ਲੈ ਸਕਦੇ। ਪਰ ਮੈਂ ਉਸ ਵੇਲੇ ਰਿਫਿਊਜ਼ ਕਰਤਾ ਕਿ ਮੈਨੂੰ ਜ਼ਰੂਰਤ ਨਹੀਂ ਹੈਗੀ। ਇਨ ਕੇਸ ਅਗਰ ਜ਼ਰੂਰਤ ਪਈ GIC ਅਮਾਊਂਟ ਵੇਲੇ ਸ਼ਾਇਦ ਥੋੜਾ ਉੱਪਰ ਥੱਲੇ ਹੋ ਜਾਏ ਤਾਂ ਕਹਿੰਦੇ ਆਪਾਂ ਐਡਜਸਟ ਕਰ ਲਾਂਗੇ, ਕੋਈ ਦਿੱਕਤ ਨਹੀਂ ਹੈਗੀ। ਜਿੱਦਾਂ ਉਹਨਾਂ ਨੇ ਕਿਹਾ ਮੈਂ ਪੈਸੇ ਦੇ ਦਿੱਤੇ। ਪਹਿਲੀਆਂ ਰਸੀਦਾਂ ਦੋ ਜਿਹੜਾ ਇਹਨਾਂ ਨੇ ਮੇਰੇ ਤੋਂ ਰਵਿੰਦਰ ਸਿੰਘ, ਆਈ ਥਿੰਕ ਰਵਿੰਦਰ ਸਿੰਘ ਦਾ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਆ। ਅਸਲੀ ਨਾਮ ਰਵਿੰਦਰ ਸਿੰਘ ਹੈ। ਰਵੀ ਸਾਹਿਬ ਉਹ ਲੋਕਾਂ ਵਾਸਤੇ ਇਹ 1000 ਰੁਪਏ ਦੀ ਪਹਿਲੀ ਰਸੀਦ ਆ ਜਿਹੜੀ ਕਿ ਟੈਸਟ ਦੇ ਲਈ ਪਾਈ ਸੀ। ਨੀਚੇ 34,000 ਰੁਪਏ ਦੀ ਹੈ। ਠੀਕ ਹੈ ਜੀ। 1000 ਰੁਪਏ ਪਾ ਕੇ ਪਹਿਲਾਂ ਚੈੱਕ ਕੀਤਾ ਵੀ ਉਹਨਾਂ ਦੇ ਅਕਾਊਂਟ 'ਚ ਗਿਆ ਕਿ ਨਹੀਂ, ਤੇ ਉਸ ਤੋਂ ਬਾਅਦ ਫਿਰ 34,000 ਟੋਟਲ 35,000 ਰੁਪਏ ਤੁਸੀਂ ਕਮਿਟਮੈਂਟ ਜੋ ਐਜ਼ ਪਰ ਉਹਨਾਂ ਦੀ ਕਮਿਟਮੈਂਟ ਸੀਗੀ ਆਪਾਂ 35,000 ਰੁਪਇਆ ਭਰ ਦਿੱਤਾ। ਉਸ ਤੋਂ ਕੁਝ ਦਿਨ ਬਾਅਦ
ਕਿ ਮੈਨੂੰ ਇਹਨਾਂ ਨੇ ਆਫਰ ਲੈਟਰ ਦਿੱਤਾ 1/6/2022 ਨੂੰ, ਕੰਡੀਸ਼ਨਲ ਆਫਰ ਲੈਟਰ 1 ਜੂਨ 2022 ਨੂੰ, ਠੀਕ ਹੈ ਜਿਹਦੇ ਵਿੱਚ ਲਿਖਿਆ ਸੀ $14,600 ਅਸੀਂ ਜਮ੍ਹਾਂ ਕਰਾਉਣੇ ਆ। ਠੀਕ ਹੈ। ਮੈਂ ਇਹਨਾਂ ਨੂੰ ਉਦੋਂ ਕਿਹਾ ਕਿ ਮੈਂ ਇਸਦਾ ਕਿ ਮੈਂ ਜਾਣਾ ਸੀ ਕਿਤੇ ਬਾਹਰ ਜਾਣਾ ਸੀ, ਮੈਂ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਕਰ ਦਿੰਦਾ। ਨਹੀਂ ਜੀ, ਕਹਿੰਦੇ ਸਾਨੂੰ ਕੋਈ GST ਦਾ ਇਸ਼ੂ ਹੈਗਾ ਆ, ਸਾਡੇ ਤੋਂ ਕਦੇ GST ਨੰਬਰ ਹੈ ਨਹੀਂ ਜਾਂ ਕੁਛ ਹੈ ਨਹੀਂ, ਤੁਸੀਂ ਉਹਨੂੰ ਕੈਸ਼ ਦੇ ਦਿਓ। ਮਤਲਬ GST ਚੋਰੀ। ਜੋ ਵੀ ਸਮਝੋ ਤੁਸੀਂ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਆਪਾਂ ਤਾਂ ਪੇਮੈਂਟ ਦੇਣੀ ਸੀਗੀ। ਤੇ ਮੈਂ ਕਿਹਾ ਕੋਈ ਦਿੱਕਤ ਨਹੀਂ, ਮੈਂ ਦੇ ਦਿੰਦਾ ਆ। ਮੈਂ 3 ਤਰੀਕ ਨੂੰ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣਾ ਸੀ। ਮੈਂ 3 ਤਰੀਕ ਨੂੰ ਸਵੇਰੇ 10:02 ਤੇ ਆਈ ਥਿੰਕ ਆਪਣੇ ਬੈਂਕ 'ਚੋਂ 2 ਲੱਖ ਰੁਪਈਆ ਕਢਾਇਆ, ਜਿਹੜਾ ਕਿ ਇਹਨਾਂ ਦਾ ਡਿਮਾਂਡ ਸੀਗਾ। ਆ ਕੇ ਤਕਰੀਬਨ 1-1.5 ਵਜੇ ਦੇ ਆਸ-ਪਾਸ ਇਹਨਾਂ ਨੂੰ ਹੈਂਡਓਵਰ ਕੀਤਾ। 3 ਜੂਨ 2022। 3 ਜੂਨ 2022 ਲਾਸਟ ਈਅਰ। ਮੇਰੇ ਨਾਲ ਉਸ ਵੇਲੇ ਮੇਰਾ ਦੋਸਤ, ਮੇਰਾ ਬ੍ਰਦਰ, ਮੇਰੀ ਬੇਟੀ ਤੇ ਜਿਹੜੇ ਮੇਰੇ 2 ਦੋਸਤ ਜਿਹਦੇ ਨਾਲ ਆਪਾਂ ਜਾਣਾ ਸੀ, ਅਸੀਂ 5 ਜਣੇ ਸੀਗੇ। ਉਹਨਾਂ ਦੀ ਹਾਜ਼ਰੀ ਦੇ ਵਿੱਚ ਮੈਂ ਪੈਸੇ ਦਿੱਤੇ ਆ, ਇਹਨਾਂ ਨੇ ਪੈਸੇ ਗਿਣੇ ਆ, ਅਸੀਂ ਆਪਣੀ ਯਾਤਰਾ ਤੇ ਚਲੇ ਗਏ। ਬੀਬੀ ਕੌਂਸਲ ਦੇ ਦਫ਼ਤਰ 'ਚ ਦਿੱਤੇ ਪੈਸੇ? ਬੀਬੀ ਕੌਂਸਲ ਦੇ ਦਫ਼ਤਰ ਦੇ ਵਿੱਚ ਉੱਥੇ ਦਿੱਤੇ ਆ ਜੀ, ਜੋ ਵੀ ਡੀਲ ਹੈ ਸਾਰੀ ਬੀਬੀ ਕੌਂਸਲ 'ਚ ਆ, ਕੋਈ ਬਾਹਰ। ਤੇ ਤੁਹਾਡੇ ਇੱਕ ਜ਼ਿਹਨ 'ਚ ਕੋਈ ਸ਼ੰਕਾ ਨਹੀਂ ਆਇਆ ਜਦੋਂ ਇਹਨਾਂ ਨੇ ਕਿਹਾ ਵੀ ਕੈਸ਼ ਅਮਾਉਂਟ ਦਿਓ ਅਸੀਂ, ਕਿਉਂ ਜੇ 35,000 ਰੁਪਏ ਇਹ ਲੈ ਸਕਦੇ ਨੇ, ਕਿਉਂਕਿ ਮੈਕਸਿਮਮ ਕੇਸਿਸ ਵਿੱਚ ਦੇਖਿਆ ਗਿਆ ਹੈ ਇਹ 35,000 ਰੁਪਏ ਇੱਕ ਵਾਰ ਅਕਾਊਂਟ 'ਚ ਪਾਉਂਦੇ ਨੇ, ਬਾਕੀ ਸਾਰਾ ਅਮਾਉਂਟ ਜਿਹੜੇ ਮੇਰੇ ਕੋਲ ਹੁਣ ਤੱਕ 10-12 ਕੇਸਿਸ ਆਏ ਨੇ ਸਾਰਿਆਂ ਦੇ ਵਿੱਚ ਇਹਨਾਂ ਨੇ ਬਾਕੀ ਕੈਸ਼ ਲਿਆ। ਸਰ ਉਸ ਵੇਲੇ ਸਾਨੂੰ ਪਤਾ ਨਹੀਂ ਨਾ ਸੀਗਾ, ਉਸ ਵੇਲੇ ਤਾਂ ਵੀਡੀਓਸ ਇਹ ਆ ਰਹੀਆਂ ਸੀਗੀਆਂ, ਇਹ ਲੋਕਾਂ ਦੀ ਮਦਦ ਬਹੁਤ ਕਰਦੇ ਆ। ਉਸ ਵੇਲੇ ਤਾਂ ਐਕਚੁਅਲੀ ਜੋ ਮੀਡੀਆ ਕਰਦਾ ਪਿਆ ਆ, ਅਸੀਂ ਉਹ ਖਬਰ ਦੇਖਦੇ ਥੱਲੇ ਕਮੈਂਟ ਨਹੀਂ ਪੜ੍ਹਦੇ, ਜਿਹੜਾ ਕਿ ਸਾਡਾ ਬਹੁਤ ਵੱਡਾ ਇੱਕ ਮਿਸਟੇਕ ਆ। ਉਸ ਲਈ ਤਾਂ ਇਹ ਹੋਂਦ ਦੇ ਵਿੱਚ ਬਹੁਤ ਸੀਗਾ, ਇਹ ਤਾਂ ਕਹਿੰਦਾ ਸੀ ਮੈਂ ਇਹ ਕਰ ਦਿੰਦਾ ਉਹ ਕਰ ਦਿੰਦਾ, ਬੰਦਾ ਪ੍ਰਭਾਵਿਤ ਨੈਚੁਰਲੀ ਗੱਲ, ਜਿਹੜੀ ਚੀਜ਼ ਤੁਸੀਂ ਰੋਜ਼ ਦੇਖਦੇ ਆ ਪ੍ਰਭਾਵਿਤ ਹੁੰਦੇ ਹੀ ਹੁੰਦੇ ਆ। ਮੈਨੂੰ ਨਹੀਂ ਪਤਾ ਸਾਡੇ ਉਧਰੋਂ ਕਿਸੇ ਦਾ ਕੋਈ ਲੱਗਾ ਕਿ ਨਹੀਂ ਲੱਗਾ, ਕਿਸੇ ਨੂੰ ਮਿਲਿਆ ਕਿ ਨਹੀਂ ਮਿਲਿਆ, ਆਈ ਡੋਂਟ ਨੋ। ਫਿਰ ਇਹ ਜਦੋਂ ਮੈਂ ਉਹਨਾਂ ਨੂੰ ਪੈਸੇ ਦੇ ਦਿੱਤੇ, 2 ਲੱਖ ਰੁਪਈਆ ਦੇ ਦਿੱਤਾ, ਇਹਨਾਂ ਨੇ ਮੈਨੂੰ ਲੈਟਰ ਆਫ ਅਸੈਪਟੈਂਸ 27/6/2022 ਨੂੰ ਦਿੱਤਾ, ਜਿਹਦੇ ਵਿੱਚ ਇਹ ਲਿਖਦੇ ਆ ਕਿ ਇਸ ਦਰਮਿਆਨ ਹੀ ਮੈਂ $14,600 ਦੀ ਫੀਸ ਪੂਰੀ ਕਰ ਦਿੱਤੀ। ਮਤਲਬ ਤੁਸੀਂ 3 ਜੂਨ 2022 ਨੂੰ 2 ਲੱਖ ਰੁਪਏ ਦਿੱਤੇ ਕੈਸ਼, 2 ਜੂਨ ਤੋਂ ਲੈ ਕੇ 27 ਜੂਨ ਤੱਕ ਤੁਸੀਂ $14,600 ਦਾ ਜਿੰਨਾ ਵੀ ਅਮਾਉਂਟ ਬੰਦਾ ਹੈ ਇੰਡੀਅਨ ਰੁਪਏ ਦੇ ਵਿੱਚ, ਉਹ ਸਾਰਾ ਤੁਸੀਂ ਪੇ ਕਰਤਾ। ਉਹ ਮੈਂ ਪੇ ਕਰ ਦਿੱਤਾ, ਸਾਰਾ ਕੈਸ਼ ਕੀਤਾ ਸੀ? ਸਾਰਾ ਕੈਸ਼, ਟੋਟਲ ਕੈਸ਼, ਬੀਬੀ ਕੌਂਸਲ ਆਫਿਸ, ਟੋਟਲ ਕੈਸ਼ 27। ਪਰ ਇਹ ਤਾਂ ਕਹਿੰਦੇ ਅਸੀਂ ਕੈਸ਼ ਲੈਂਦੇ ਨਹੀਂ। ਮੇਰੀ ਸਾਡੀ ਤੁਸੀਂ ਸ਼ਾਇਦ ਇੰਟਰਵਿਊ ਜਿਹਦੇ ਤੁਸੀਂ ਕਮੈਂਟ ਵੀ ਕੀਤਾ ਹੈ ਉਹਦੇ 'ਚ ਇਹ ਰਵੀ ਸਾਹਿਬ ਕਹਿੰਦੇ ਨੇ ਅਸੀਂ ਤਾਂ ਕੈਸ਼ ਲੈਂਦੇ ਹੀ ਨਹੀਂ। ਸਰ ਜੇ ਕੈਸ਼ ਨਹੀਂ ਲੈਂਦੇ ਹੈਗੇ ਤੇ ਇਹ ਮੈਨੂੰ ਦੱਸੋ $14,600 ਕਿਹਨੇ ਜਮ੍ਹਾਂ ਕਰਵਾਇਆ? ਫਿਰ ਜੇ ਕਹਿੰਦੇ ਅਸੀਂ ਆਪਣੇ ਕੋਲ ਜਮ੍ਹਾਂ ਕਰਵਾਇਆ ਹੈਗਾ ਤੇ ਇਹਨਾਂ ਨੇ ਮੇਰੇ ਤੋਂ ਅੱਜ ਤੱਕ ਡਿਮਾਂਡ ਕਿਉਂ ਨਹੀਂ ਕੀਤੀ ਵੀ ਆਪਾਂ ਤੁਹਾਡਾ $14,600 ਜਮ੍ਹਾਂ ਕਰਾਇਆ, ਸਾਨੂੰ ਵਾਪਸ ਦਿਓ? ਕਰ ਸਕਦੇ ਕਿ ਨਹੀਂ ਕਰ ਸਕਦੇ? ਕਿ ਕਿਹੜੇ ਨੇ ਦਾਨਵੀਰ ਬੈਠੇ ਹੈਗੇ ਜਿਹੜਾ ਆਪਣੇ ਕੋਲ $14,600, ਨਾਟ ਅ ਸਮਾਲ ਅਮਾਉਂਟ। ਨਾਲੇ ਇਹ ਤਾਂ ਧੌਣ ਤੇ ਗੋਡਾ ਰੱਖ ਕੇ ਵੀ ਲੈ ਲੈਂਦੇ ਆ। ਉਹ ਇਦਾਂ ਦਾ ਸਰ ਕੋਈ ਨਹੀਂ ਲੈ ਸਕਦਾ, ਇਹ ਤਾਂ ਆਪਾਂ ਆਪ ਦਿੱਤੇ, ਆਪਾਂ ਬੱਚੇ ਦਾ ਆਪਣਾ ਕੰਮ ਕਰਾਉਣਾ ਦਿੱਤੇ ਆ। ਕਹਿੰਦੇ ਆ ਨਾ ਅਸੀਂ ਤਾਂ ਧੌਣ ਤੇ ਗੋਡਾ ਰੱਖ ਕੇ ਵੀ ਲੈ ਲਾਂਗੇ। ਮੈਂ ਤੁਹਾਨੂੰ ਹੋਰ ਦੱਸਦਾ ਕਿ ਹੋਰ ਚਾਨਣਾ ਪਾ ਦਿੰਦਾ, ਇਹ ਜਦੋਂ $14,600 ਦੀ ਜਦੋਂ ਆ ਮੈਨੂੰ ਰਿਸਿਪਟ ਦੇ ਦਿੱਤੀ ਇਹਨਾਂ ਨੇ ਵੀ ਆ ਕਾਲਜ 'ਚ ਹੁਣ ਫੀਸ ਹੀ ਮਿਲ ਗਈ ਆ, ਕਹਾਣੀ ਖਤਮ ਹੋ ਗਈ ਉੱਥੇ। 14,000 ਉਹਦਾ ਕੀ ਆ ਕਿ ਇਹਨਾਂ ਨੇ ਮੈਨੂੰ ਜਿਹੜੇ ਭੇਜੇ ਆ, ਇਹ ਆ ਇਹਨਾਂ ਦਾ ਇੰਪਲੋਈ ਸੀਗੀ ਕੋਈ, ਇਹਨਾਂ ਦਾ ਹੀ ਨੰਬਰ ਆਫੀਸ਼ੀਅਲ ਨੰਬਰ ਆ, ਲੋਗੋ ਬੀਬੀ ਕੌਂਸਲ ਦਾ ਲੱਗਾ ਹੋਇਆ ਆ, ਇਹਨਾਂ ਨੇ ਹੀ ਆਪਣੇ ਨੰਬਰ ਤੋਂ ਦੋਨੋਂ ਕੰਡੀਸ਼ਨਲ ਆਫਰ ਲੈਟਰ, ਲੈਟਰ ਆਫ ਅਸੈਪਟੈਂਸ, ਇਹ ਦੋਨੋਂ ਇਹਨਾਂ ਨੇ ਮੇਰੇ ਨੰਬਰ ਦੇ ਉੱਤੇ ਫਾਰਵਰਡ ਕੀਤੇ ਆ। ਠੀਕ ਹੈ ਜੀ, ਇਹ ਮੇਰੇ ਨੰਬਰ ਤੇ ਫਾਰਵਰਡ ਕਰ ਦਿੱਤੇ ਇਹਨਾਂ ਨੇ, ਤੇ ਮੇਰੇ ਤੋਂ ਤਾਂ ਕਿਤੇ ਆ ਨਹੀਂ ਸਕਦੇ। ਜਦੋਂ ਕੁਛ ਟਾਈਮ ਲੰਘ ਗਿਆ, ਹੁਣ ਜਿਹੜਾ ਸੈਸ਼ਨ 'ਚ ਇਹਨੇ ਜਾਣਾ ਸੀਗਾ ਬੇਟੀ ਨੇ, ਟਾਈਮ ਹੌਲੀ ਹੌਲੀ ਜਾਣ ਲੱਗ ਪਿਆ, ਮੈਂ ਰੋਜ਼ ਫੋਨ ਕਰਨਾ, ਇਹਨਾਂ ਨੇ ਫੋਨ ਨਹੀਂ ਚੱਕਣਾ। ਪਹਿਲਾਂ ਤਾਂ ਇਹ ਕਹਿਣ ਲੱਗਾ ਵੀ GIC ਅਕਾਊਂਟ ਜੀ ਹੁਣ ਖੋਲ੍ਹਣਾ ਹੈ, ਹੁਣ ਮੈਨੂੰ ਨਹੀਂ ਪਤਾ ਕਿੱਦਾਂ ਖੋਲ੍ਹਦਾ, ਇਹ ਤਾਂ ਇਹਨਾਂ ਨੂੰ ਪਤਾ ਜਿਹੜੇ ਕੰਮ ਕਰਦੇ ਹੈਗੇ ਆ। ਉਹ ਤਾਂ ਤਕਰੀਬਨ 4 ਹਫ਼ਤੇ ਦਾ ਟਾਈਮ ਹੁੰਦਾ ਐਜ਼ ਪਰ ਦਾ ਪ੍ਰੋਸੈਸ, ਤੇ ਇਹਨਾਂ ਨੇ ਕਿਹਾ ਵੀ GIC ਅਕਾਊਂਟ ਹੁਣ ਖੁੱਲ੍ਹ ਚੁੱਕਾ ਆ, ਵੀ ਹੁਣ ਇਹਦੇ ਵਿੱਚ ਤੁਸੀਂ ਕਰਾਉਣੇ $10,200 ਹੁੰਦੇ ਆ ਮੇਰੇ ਖਿਆਲ। ਉਸ ਵੇਲੇ ਬਣਦਾ 6.5 ਲੱਖ ਬਣਦਾ ਸੀਗਾ, ਲਗਭਗ 60 ਰੁਪਏ ਦੇ ਨਾਲ, 60 ਰੁਪਏ ਦੀ ਕਰੰਸੀ ਰੇਸ਼ੋ ਦੇ ਨਾਲ। ਮੈਂ ਮੈਡਮ ਨੂੰ ਕਿਹਾ, ਮੈਂ ਕਿਹਾ ਮੈਡਮ ਇੱਦਾਂ ਆ ਕਿ ਮੇਰੇ ਕੋਲ ਇੰਨੇ ਪੈਸੇ ਇਸ ਵੇਲੇ ਹੈ ਨਹੀਂ ਹੋ, ਮੇਰੇ ਤੋਂ ਮੇਰੇ ਤੋਂ ਤਾਂ ਸੀਗਾ ਉਸ ਵੇਲੇ 1.5 ਲੱਖ ਰੁਪਈਆ, ਤਾਂ ਮੈਨੂੰ ਕਹਿੰਦੇ ਤੁਸੀਂ 3.5 ਲੱਖ ਰੁਪਈਆ ਇਕੱਠਾ ਕਰ ਲਓ, ਬਾਕੀ ਜੋ ਸ਼ਾਰਟ ਅਮਾਊਂਟ ਆ ਅਰੇਂਜਮੈਂਟ ਅਸੀਂ ਕਰ ਦਾਂਗੇ, ਫਲਾਈਟ ਟਿਕਟ ਦਾ ਵੀ ਅਸੀਂ ਕਰ ਦੇਵਾਂਗੇ, ਉਹਦਾ ਤੁਸੀਂ ਸਾਨੂੰ ਵਿਆਜ ਦੇ ਦਿਓ। ਠੀਕ ਆ ਜੀ, ਕੋਈ ਗੱਲ ਨਹੀਂ, ਮੈਨੂੰ ਕੋਈ ਇਸ਼ੂ ਨਹੀਂ ਹੈਗਾ। ਤੇ ਜੀ ਕਹਿੰਦੇ ਜੀ ਪੈਸੇ ਜਮ੍ਹਾਂ ਹੋ ਗਏ ਹੋਗਾ, ਚਲੋ ਮੈਂ ਕਿਹਾ ਫਾਈਲ ਲਾਓ, ਹੁਣ ਫਾਈਲ ਤਾਂ ਲੱਗਣੀ ਨਾ, ਅਲਟੀਮੇਟਲੀ ਸਾਰਾ ਕੁਝ ਹੋ ਗਿਆ। ਫਾਈਲ ਜਦੋਂ ਲਾਉਣ ਦਾ ਕਿਹਾ ਕਿ ਫਾਈਲ ਲੱਗਦੀ ਨਹੀਂ ਪਈ ਸੀਗੀ, ਅੱਜ ਕੱਲ੍ਹ ਫਾਈਨਲੀ ਮੈਂ ਕੁਛ ਮੈਨੂੰ ਡਾਊਟ ਜਿਹਾ ਵੈਸੇ ਹੀ ਹੋਇਆ ਡਾਊਟ, ਤਾਂ ਮੈਂ ਨਾ ਕਾਲਜ ਨੂੰ, ਤੁਹਾਨੂੰ ਦਿਖਾਉਂਦਾ ਮੈਂ ਆਹ ਕਾਲਜ ਨੂੰ ਮੈਂ ਮੇਲ ਪਾਈ, ਕਾਲਜ ਨੂੰ ਮੈਂ ਮੇਲ ਪਾਈ, ਜਿਹਦੀ ਐਵਰੇਜ ਦੇ ਵਿੱਚ ਕਾਲਜ ਨੇ ਮੇਰੇ ਤੋਂ ਬੇਟੀ ਦੇ ਪਾਸਪੋਰਟ ਦੀਆਂ ਕਾਪੀਆਂ ਮੰਗਵਾਈਆਂ। ਆਹ ਥੱਲੇ ਵੀ ਲਿਖਿਆ, ਦੇਖੋ ਮੈਂ ਲਿਖਿਆ ਹੋਇਆ ਸਾਰਾ। ਤੇ ਕਾਲਜ ਦੀ 2 ਜਾਂ 3 ਦਿਨ ਬਾਅਦ ਮੇਲ ਕੀ ਆਉਂਦੀ ਆ ਕਿ ਤੁਹਾਡੇ ਬੱਚੇ ਦਾ ਉਹਨਾਂ ਦੇ ਡਾਟਾਬੇਸ ਦੇ ਵਿੱਚ ਕੋਈ ਵੀ ਐਂਟਰੀ ਹੈ ਨਹੀਂ ਹੋ, ਵੀ ਡਿਡ ਨਾਟ ਫਾਈਂਡ ਐਨੀ ਰਿਕਾਰਡ ਆਫ ਯੂਅਰ ਐਪਲੀਕੈਂਟ ਇਨ ਆਵਰ ਡਾਟਾਬੇਸ। ਬੇਟੀ ਦੇ ਪਾਸਪੋਰਟ ਤੇ ਲੱਗੀ ਉੱਤੇ ਕੋਈ ਰਿਕਾਰਡ ਹੀ ਹੈ ਨਹੀਂ।
ਫਿਰ ਮੈਂ ਵੀ ਸ਼ੌਕ ਰਹਿ ਗਿਆ। ਅੱਛਾ, ਕਾਲਜ ਕਹਿੰਦਾ ਕਿ ਸਾਡੇ ਕੋਲ ਕੋਈ ਤੁਹਾਡੇ ਕੋਈ ਡਾਟਾਬੇਸ ਵਿੱਚ ਕੋਈ ਐਪਲੀਕੇਸ਼ਨ ਨਹੀਂ ਹੈਗੀ, ਰਿਕਾਰਡ ਹੀ ਨਹੀਂ ਹੈਗਾ। ਐਪਲੀਕੇਸ਼ਨ ਹੀ ਹੈ ਨਹੀਂ। ਕਾਲਜ ਨੇ ਕਲੀਅਰ ਆ 14600 ਦੀ ਰਸੀਦ ਕਾਦੀ ਸੀ ਉਹ? ਇਹ ਸਰ ਹੁਣ ਇਹ ਦੱਸਣਗੇ ਨਾ, ਇਹ ਤਾਂ ਇਹ ਦੱਸਣਗੇ। ਮਤਲਬ ਕਾਗਜ਼ਾਤ ਵੀ ਜਾਲੀ ਬਣਾ ਰਹੇ ਨੇ, ਕਾਗਜ਼ ਵੀ ਜਾਲੀ ਬਣਾ ਰਹੇ ਆ। ਜੇਕਰ ਕਾਗਜ਼ ਜਾਲੀ ਬਣਾ ਰਹੇ ਨੇ, ਤੁਹਾਨੂੰ ਮੂਰਖ ਬਣਾ ਰਹੇ ਨੇ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੋ। ਤੇ ਮੂਰਖ ਹੋਣਾ ਲੋਕਾਂ ਨੂੰ ਵੀ, ਜਿੱਥੇ ਚੈਨਲਾਂ ਤੇ ਐਡਾਂ ਦੇ ਕੇ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਉਹ ਨੇ। ਵੀ ਦੱਸਦਾ ਆ। ਹੁਣ ਜਿਹੜਾ ਇਹਨਾਂ ਨੇ ਮੈਨੂੰ ਆ ਲੈਟਰ ਦਿੱਤਾ ਆ, ਜਿਹੜਾ ਮੈਨੂੰ ਇਹਨਾਂ ਨੇ PDF ਫਾਰਮੈਟ ਭੇਜੇ ਹੈਗੇ ਆ, ਇਹ ਵੀ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਆ, ਇਹ 2 ਮਿੰਟ ਦੇ ਵਿੱਚ ਇਹ ਪਤਾ ਲੱਗ ਜਾਂਦਾ ਜਾਲੀ ਆ। ਪਰ ਸਾਡੇ ਤੋਂ ਟਾਈਮ ਨਿਕਲ ਚੁੱਕਾ ਸੀ ਕਿ ਜਦੋਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਹੀ ਫਾਈਂਡ ਆਊਟ ਕਰਨਾ ਸ਼ੁਰੂ ਕੀਤਾ ਕੀ ਆ। ਫਿਰ ਜਦੋਂ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਉੱਥੇ ਸਾਨੂੰ ਬਰਾੜ ਸਾਹਿਬ, ਮੈਨੂੰ ਆਈ ਡੋਂਟ ਨੋ ਦਾ ਨੇਮ ਪ੍ਰੋਪਰ, ਉਹਨਾਂ ਦਾ ਨੰਬਰ ਮੇਰੇ ਤੋਂ ਹੈਗਾ, ਉਹ ਮਿਲੇ ਨੇ ਜੀ, ਕਹਾਣੀਆਂ ਲੱਪੇ ਸੁਣਾਉਣ। ਰਵੀ ਬਰਾੜ, ਰਵੀ ਸਾਹਿਬ ਜਾਂ ਕੋਈ ਹੋਰ? ਰਵੀ ਸਾਹਿਬ ਨਹੀਂ ਸੀਗੇ, ਉਹ ਸਰਦਾਰ ਜੀ ਸੀਗੇ। ਅੱਛਾ, ਫਿਰ ਉਹਨਾਂ ਦੇ ਫਾਦਰ ਸਾਹਿਬ ਹੋਣਗੇ। ਆਈ ਡੋਂਟ ਨੋ। ਤੇ ਉਹ ਕਹਿੰਦੇ ਆਪੇ ਕਹਾਣੀਆਂ ਸੁਣਾਉਣ, ਇਦਾਂ ਹੋ ਗਿਆ ਉੱਦਾਂ। ਮੈਂ ਕਿਹਾ ਸਰ ਮੈਨੂੰ ਕੋਈ ਦਿਲਚਸਪੀ ਨਹੀਂ ਇੰਨਾ ਹੈਗੀ, ਮੈਨੂੰ ਮੇਰੇ ਬੱਚੇ ਦੇ ਕੰਮ ਨਾਲ ਮਤਲਬ ਆ। ਨਹੀਂ ਜੀ ਅਗਲੇ ਸੈਸ਼ਨ 'ਚ ਹੋ ਜਾਊਗਾ, ਕੋਈ ਗੱਲ ਨਹੀਂ। ਮੈਂ ਠੀਕ ਹੈ ਜੀ, ਕੋਈ ਗੱਲ ਨਹੀਂ, ਆਈ ਵਿਲ ਵੇਟ। ਮੈਨੂੰ ਕੋਈ ਜਲਦੀ ਨਹੀਂ ਹੈਗੀ। ਮਈ 'ਚ ਨਹੀਂ ਹੋਇਆ, ਸਤੰਬਰ 'ਚ ਹੋ ਜਾਊਗਾ। ਮਈ ਤਾਂ ਲੰਘੇ ਗਿਆ ਸੀਗਾ, ਸਤੰਬਰ ਦੀ ਵਾਰੀ ਆ ਗਈ। ਅੱਜ ਹੋ ਰਿਹਾ, ਕੱਲ੍ਹ ਹੋ ਰਿਹਾ, ਪਰਸੋਂ ਹੋ ਰਿਹਾ। ਫਿਰ ਬਾਈ ਚਾਂਸ ਮੈਂ ਇਹਨਾਂ ਦੇ ਕੋਲ ਆਇਆ ਇੱਥੇ ਦੁਬਾਰੀ। ਉਹ ਤੋਂ ਉਸ ਦੌਰਾਨ ਮੈਂ ਆਪਣੇ ਬੱਚੀ ਦੇ ਕਾਗਜ਼ ਔਰ ਪਾਸਪੋਰਟ ਇਹਨਾਂ ਨੂੰ ਦੇ ਚੁੱਕਾ ਸੀਗਾ ਓਰੀਜਨਲ। ਉਹ ਇਹਨਾਂ ਨੇ ਮੈਨੂੰ ਵਾਪਸ ਦੇ ਦਿੱਤੇ। ਉਹ ਜਿਹੜੀ ਗੱਲ ਸਹੀ ਹੈ, ਉਹਨਾਂ ਨੇ ਉਹ ਮੈਨੂੰ ਵਾਪਸ ਇਹਨਾਂ ਨੇ ਦੇ ਦਿੱਤੇ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਂ ਤਾਂ ਹੁਣ ਮੇਰਾ ਬੇਟੀ ਦਾ ਦਿਓ, ਮੈਨੂੰ ਆਫਰ ਲੈਟਰ ਦਿਓ ਦੁਬਾਰੀ, ਕੰਡੀਸ਼ਨਲ ਆਫ ਜੋ ਵੀ ਹੈਗਾ ਕਾਗਜ਼ ਦਿਓ, ਨਹੀਂ ਤਾਂ ਮੇਰੇ ਪੈਸੇ ਵਾਪਸ ਕਰੋ। ਫਿਰ ਥੋੜ੍ਹੇ ਜਿਹੇ ਕਤਰਾਉਣ ਲੱਗ ਪਏ, ਨਾ ਮੇਰਾ ਫੋਨ ਚੱਕਣਾ ਬੰਦ ਕਰਤਾ, ਸਭ ਕੁਛ ਆ। ਬਾਈ ਚਾਂਸ ਹੀ ਮੈਨੂੰ ਦੋਨੋਂ ਰਵੀ ਔਰ ਸੋ ਕਾਲਡ ਬਰਾੜ ਇਹ ਪਾਰਕਿੰਗ ਲੋਟ ਦੀ ਬੇਸਮੈਂਟ 'ਚ ਮਿਲ ਗਿਆ। ਅੱਛਾ, ਜਿੱਥੇ ਹੁਣ ਇਹਨਾਂ ਦਾ ਆਫਿਸ ਹੈਗਾ ਹੀ ਆ। ਤੇ ਮੈਂ ਬੇਸਮੈਂਟ ਦੇ ਵਿੱਚ ਹੀ ਗੱਲ ਹੋਈ, ਇਹਨਾਂ ਨਾਲ ਮੇਰੀ ਤੂੰ ਮੈਂ ਹੋ ਗਈ। ਮੈਨੂੰ ਇਹਨਾਂ ਦਾ ਬੇਟਾ ਜਿਹੜਾ ਹੈਗਾ ਰਵਿੰਦਰ ਆ ਬਰਾੜ, ਰਵੀ ਸਾਹਿਬ ਉਰਫ ਰਵੀ ਸਾਹਿਬ, ਕਹਿੰਦਾ ਜੀ ਤੁਸੀਂ ਆਫਰ ਲੈਟਰ ਦੇ ਪੈਸੇ ਦਿਓ। ਮੈਂ ਕਿਹਾ ਸਰ ਮੈਂ ਕਾਹਦੇ ਪੈਸੇ ਦੇਵਾਂ, ਮੈਨੂੰ ਇਹ ਦੱਸੋ ਕਿਸ ਗੱਲ ਦੇ ਪੈਸੇ ਦੇਵਾਂ। ਆਫਰ ਲੈਟਰ ਦੇ ਪਹਿਲਾਂ ਪੈਸੇ ਉਹ ਤੁਸੀਂ ਜਾਲੀ ਦਿੱਤਾ, ਕੰਡੀਸ਼ਨਲ ਆਫਰ ਲੈਟਰ ਦੇ ਪੈਸੇ ਪੇ ਹੋਏ ਹੋਆ, ਲੈਟਰ ਆਫ ਅਸੈਪਟੈਂਸ ਦੇ ਪੈਸੇ ਪੇ ਹੋਇਆ, ਉਹ ਤੁਸੀਂ ਮੈਨੂੰ ਜਾਲੀ ਦਿੱਤੇ। ਮੈਂ ਹੁਣ ਕਾਹਦੇ ਪੈਸੇ ਦੇਵਾਂ। ਇੱਦਾਂ ਨਹੀਂ ਹੁੰਦਾ, ਇਹ ਹੁੰਦਾ। ਫਿਰ ਧਮਕੀਆਂ ਲੱਪਿਆ ਦੇਣੇ। ਮੈਂ ਉਸ ਤੋਂ ਬਾਅਦ ਵਾਪਸ ਆ ਗਿਆ। ਮੈਂ ਇਹਨਾਂ ਨੂੰ ਇੱਕ ਬਣਾਇਆ, ਇੱਕ ਫਾਰਮੈਟ ਜਿਹਾ ਮੈਂ ਬਣਾਇਆ, ਮੈਂ ਤੁਹਾਨੂੰ ਦਿਖਾਉਂਦਾ। ਨਾ ਦੇਖੋ, ਇਹਨਾਂ ਦੇ WhatsApp ਦੇ ਉੱਤੇ ਮੈਂ ਪਾਇਆ, ਕਿਉਂਕਿ ਮੈਨੂੰ ਫੇਕ ਡਾਕੂਮੈਂਟ ਮਿਲੇ ਆ। ਮੈਂ ਪਾਇਆ ਬਿਲਕੁਲ ਇਹਨਾਂ ਦੇ WhatsApp ਦੇ ਉੱਤੇ ਭੇਜਿਆ, ਨਾਟ ਔਨ ਸੋਸ਼ਲ ਮੀਡੀਆ। ਇਹ 'ਚ ਵੀ ਮੈਂ ਉਹੀ ਚੀਜ਼ ਲਿਖੀ ਜੋ ਤੁਹਾਨੂੰ ਦੱਸ ਰਿਹਾ ਹੈਗਾ ਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਲੀਗਲ ਨੋਟਿਸ ਭੇਜ ਦਿੱਤਾ। ਲੀਗਲ ਨੋਟਿਸ ਵੀ ਤੁਹਾਨੂੰ ਮੈਂ ਦੇ ਦਿੰਦਾ, ਤੁਹਾਨੂੰ ਉਹਦਾ ਇੱਕ ਕਾਪੀ ਵੀ ਦੇ ਦਿੰਦਾ ਮੈਂ। ਅੱਛਾ, ਤੁਸੀਂ ਤਿਆਰ ਕੀਤਾ ਫਰਾਡ ਐਂਡ ਫੇਕ ਡਾਕੂਮੈਂਟਸ ਪ੍ਰੋਵਾਈਡਰ। ਬਿਲਕੁਲ ਜੀ, ਇਹ ਹੈਗੇ ਫਰਾਡ ਆ, ਫੇਕ ਡਾਕੂਮੈਂਟ ਜਿਹੜੇ ਸਾਬਤ ਹੁੰਦੇ ਆ। ਹੁਣ ਉਹ ਤਾਂ ਕਾਲਜ ਨੇ ਕਿਹਾ ਤੇ ਐਪਲੀਕੇਸ਼ਨ ਕੋਈ ਹੈ ਹੀ ਨਹੀਂ। ਚਲੋ ਮੈਂ ਕਹਿੰਦਾ ਮੇਰੇ 'ਤੇ ਨਾ ਵਿਸ਼ਵਾਸ ਕਰੋ, ਤੁਸੀਂ ਕਾਲਜ ਨੂੰ ਇਸ ਬਿਹਾਫ 'ਤੇ ਮੇਲ ਪਾਓ, ਤੁਸੀਂ ਪਤਾ ਕਰ ਲਓ। ਮੈਂ ਤਾਂ ਕਹਿੰਦੇ ਨਹੀਂ ਇਸ ਗੱਲ ਨੂੰ, ਤੁਸੀਂ ਪਤਾ ਕਰ ਲਓ। ਮੇਰੇ ਕੋਲ ਜੋ ਇਨਫੋਰਮੇਸ਼ਨ ਹੈ, ਜੋ ਇਨਪੁਟ ਹੈ, ਮੈਂ ਗਲਤ ਕਿਉਂ ਕਹੂੰਗਾ। ਇੱਕ ਮੈਂ ਪੈਸੇ ਫਸਾਵਾਂ, ਠੀਕ ਹੈ। ਅੱਜ ਦੀ ਡੇਟ 'ਚ ਜੇ ਬੈਂਕ ਦਾ ਵਿਆਜ ਹੀ ਲਾ ਲਓ, 6.5% ਬੈਂਕ ਦਾ ਵਿਆਜ ਆ, ਤੇ 12 ਲੱਖ ਰੁਪਏ ਦੇ ਉੱਤੇ 48,000 ਰੁਪਈਆ ਆਈ ਥਿੰਕ ਸਾਲ ਦਾ ਬਣਦਾ ਹੈਗਾ। ਤੇ ਮੇਰੇ ਪੈਸੇ ਕਿੱਥੇ ਗਏ ਸਰ? ਤੁਸੀਂ ਇਹ ਭੇਜਿਆ ਉਹਨਾਂ ਨੂੰ, ਫਿਰ ਉਹਨਾਂ ਨੇ ਮੈਨੂੰ ਭੇਜਿਆ ਆ ਲੀਗਲ ਨੋਟਿਸ। ਮੈਨੂੰ ਨਹੀਂ ਭੇਜਿਆ, ਮੇਰੀ ਬੇਟੀ ਨੂੰ ਭੇਜਿਆ। ਜਦ ਕਿ ਉਹਦਾ ਇਹਦੇ ਵਿੱਚ ਰੋਲ ਕਿੱਥੇ ਸੀਗਾ। ਇੱਕ ਬੱਚੇ ਦਾ ਕੈਰੀਅਰ ਇਹ ਖਰਾਬ ਕਰਨਾ ਚਾਹੁੰਦੇ ਆ, ਧਮਕੀ ਦੇ ਕੇ। ਧਮਕੀ ਦਿੱਤੀ ਆ ਕਿ ਮੈਂ ਆਪਣੇ ਬੱਚੇ ਦੇ ਨਾਂ ਦੇ ਉੱਤੇ ਡਰ ਜਾਊਂਗਾ। ਇਹ ਕੀਤਾ ਤਾਂ ਮੈਂ ਸ਼ੇਅਰ ਆ, ਇਹ ਮੈਨੂੰ ਦਿੰਦੇ ਲੀਗਲ ਨੋਟਿਸ ਜਿਹੜਾ ਦੇਣਾ। ਮੇਰੀ ਬੇਟੀ ਨੂੰ ਕਿੱਦਾਂ ਦਿੱਤਾ ਇਹਨਾਂ ਨੇ। ਮੈਂ ਇਹਨਾਂ ਨੂੰ ਬੜਾ ਉਦੋਂ ਕਿਹਾ, ਮੈਂ ਕਿਹਾ ਦੇਖੋ ਬੱਚਾ ਮੇਰਾ ਬਹੁਤ ਸੈਂਸਿਟਿਵ ਆ, ਉਹਦੇ ਹਿਸਾਬ ਨਾਲ ਉਹਦਾ ਕੰਮ ਹੋ ਰਿਹਾ ਸੀਗਾ ਕਿ ਨਹੀਂ ਹੋਇਆ, ਕਿ ਉਹਦੇ ਮਨ 'ਤੇ ਕੀ ਬੀਤਦੀ ਪਈ ਆ। ਇਹ ਉਸ ਬੱਚੇ ਦੇ ਮਨ 'ਤੇ ਸੋਚੋ ਕੀ ਬੀਤਦਾ ਪਿਆ। ਇਹਨਾਂ ਨੇ ਕੋਈ ਨਹੀਂ ਸੁਣੀ। ਮੈਨੂੰ 5 ਕਰੋੜ ਦੇ ਦਾਅਵੇ ਦਾ ਇਹਨਾਂ ਨੇ ਨੋਟਿਸ ਨਹੀਂ ਭੇਜਿਆ ਵੀ ਮਤਲਬ ਮਾਨਹਾਨੀ ਦਾ ਕਰਾਂਗੇ ਜੇਕਰ ਮੈਂ ਸੋਸ਼ਲ ਮੀਡੀਆ 'ਤੇ ਗਿਆ। ਮਤਲਬ ਜੇਕਰ ਤੁਸੀਂ ਸੱਚ ਬੋਲੇ, ਜੇ ਤੁਸੀਂ ਹੱਡ ਬੀਤੀ ਬਿਆਨ ਕੀਤੀ, ਤੁਹਾਡੇ ਤੇ ਅਸੀਂ 5 ਕਰੋੜ ਦਾ, ਮਤਲਬ ਬੀਬੀ ਕਾਉਂਸਲ ਵਾਲੇ ਰਵੀ ਸਾਹਿਬ ਨੇ ਕਿਹਾ ਕਿ 5 ਕਰੋੜ ਦਾ ਦਾਵਾ ਪਾਵਾਂਗੇ ਤੁਹਾਡੇ ਤੇ। ਨੋਟਿਸ ਕਹਿੰਦਾ ਇਹਨਾਂ ਦਾ, ਇਹਨਾਂ ਨੇ ਕੀ ਨੋਟਿਸ ਕਹਿੰਦਾ, ਫੋਨ ਤਾਂ ਹੀ ਚੱਕਦੇ ਨਹੀਂ। ਉਹ ਫੋਨ 'ਤੇ ਧਮਕੀਆਂ ਦੇ ਦਿੰਦੇ ਸੀ, ਚੱਕਦੇ ਨਹੀਂ ਸੀ। ਮੈਂ ਫੋਨ, ਉਸ ਤੋਂ ਬਾਅਦ ਮੈਂ ਫੋਨ ਨਹੀਂ ਕੀਤਾ। ਮੇਰਾ ਤੁਸੀਂ 2 ਨੰਬਰ ਹੈ ਮੇਰੇ, ਦੋਨੋਂ ਨੰਬਰਾਂ ਦਾ ਪੂਰਾ CDR ਡਾਟਾ ਕਢਾ ਲਓ। ਜੇ ਕਦੀ ਮੈਂ ਇਹਨਾਂ ਨੂੰ ਫੋਨ ਵੀ ਬਾਅਦ 'ਚ ਕੀਤਾ ਹੋਵੇ ਜਾਂ ਕਦੀ ਮੈਸੇਜ ਵੀ ਕੀਤਾ। ਤੇ ਫਿਰ ਉਸ ਤੋਂ ਬਾਅਦ ਕੀ? ਉਸ ਤੋਂ ਬਾਅਦ ਮੈਂ ਸ਼ਾਂਤ ਰਿਹਾ। ਮੈਂ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਹੈਗੀ ਹੈ, ਸੀਨੀਅਰ ਐਡਵੋਕੇਟ ਇੱਥੇ ਦੀਪਕ ਜੀ ਹੈਗੇ ਆ, ਹਾਈ ਕੋਰਟ ਦੇ ਆ, ਉਹਨਾਂ ਨਾਲ ਗੱਲ ਕੀਤੀ ਆ। ਉਹਨਾਂ ਨੇ ਕੰਜ਼ਿਊਮਰ, ਮੈਂ ਫਿਰ ਉਹਨਾਂ ਦੇ
ਕਹਿਣ ਦੇ ਮੁਤਾਬਕ ਚੱਲੀਆਂ ਤੇ ਮੈਂ ਕੰਜ਼ਿਊਮਰ ਕੋਰਟ 'ਚ ਕੇਸ ਪਾਤਾ। ਹੁਣ ਤੁਹਾਡਾ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ। ਕੇਸ ਚੱਲਦਾ ਪਿਆ ਆ। ਇਹਨਾਂ ਨੂੰ ਸੰਮਨ ਤਮੀਲ ਹੋਣ ਲਈ ਗਏ ਸੀਗੇ, ਇਹ ਉੱਥੋਂ ਐਡਰੈਸ ਛੱਡ ਕੇ ਕਿਤੇ ਹੋਰ ਜਾ ਚੁੱਕੇ ਆ। ਬੀਬੀ ਕੌਂਸਲ ਵਾਲੇ ਬੀਬੀ ਕੌਂਸਲ ਵਾਲੇ ਆ ਲਿਖਿਆ ਹੋਇਆ ਜੀ ਉੱਤੇ, ਆ ਲਿਖਿਆ ਹੋਇਆ ਆ, ਤੁਸੀਂ ਦੇਖ ਸਕਦੇ ਆ। ਜੋ ਵੀ ਮੇਰੇ ਕੋਲ ਹੈਗਾ ਮੈਂ ਤਾਂ ਕਾਗਜ਼ਾਂ ਦੇ ਵਾਸਤੇ ਬਿਨਾਂ ਤੇ ਗੱਲ ਕਰਦਾ, ਮੈਂ ਉੱਦਾਂ ਕੋਈ ਗੱਲ ਹੀ ਨਹੀਂ ਕਰਦਾ ਜੀ, ਨਾ ਮੈਨੂੰ ਕੋਈ ਜ਼ਰੂਰਤ ਹੈਗੀ ਆ। ਤੇ ਮਤਲਬ ਇਹ ਤਾਂ ਗੱਲ ਉਹ ਹੋ ਗਈ ਸੰਦੀਪ ਜੀ ਬਈ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਕਹਿੰਦੇ ਨੇ ਵੀ ਧੌਣ ਤੇ ਗੋਡਾ ਰੱਖ ਕੇ ਵੀ ਪੈਸੇ ਲੈਣੇ ਆ। ਇਹ ਗੱਲ ਹੁਣ ਇਹ ਹੋ ਗਈ ਹੈ ਵੀ ਬੀਬੀ ਕੌਂਸਲ ਵਾਲਿਆਂ ਕੋਲ ਜਾਓ, ਧੌਣ ਤੇ ਗੋਡਾ ਵੀ ਰਖਵਾਓ, ਲੱਖਾਂ ਰੁਪਏ ਵੀ ਫਸਵਾਓ, ਜਾਲੀ ਕਾਗਜ਼ ਵੀ ਪਾਓ ਤੇ ਉਸ ਤੋਂ ਬਾਅਦ ਫਿਰ ਲੀਗਲ ਨੋਟਿਸ ਵੀ ਪਾਓ। ਸੰਦੀਪ ਜੀ ਮੈਂ ਠੀਕ ਕਿਹਾ? ਬਿਲਕੁਲ ਬਿਲਕੁਲ ਇਹ ਕੁਛ ਹੋਇਆ ਤੁਹਾਡੇ ਨਾਲ? ਬਿਲਕੁਲ ਮੇਰੇ ਨਾਲ ਲੀਗਲ ਨੋਟਿਸ ਦੇਣਾ ਸਰ ਮੇਰੇ ਨਾਂ ਤੇ ਦਿੰਦੇ, ਕਿਉਂਕਿ ਮੈਂ ਇਹ ਲੀਗਲ ਨੋਟਿਸ ਬੰਦਾ ਕਿਉਂ ਹੈ? ਹੁਣ ਮੈਂ ਤੁਹਾਨੂੰ ਕਹੂੰਗਾ ਵੀ ਬਈ ਸੰਦੀਪ ਜੀ ਤੁਸੀਂ ਸੱਚ ਨਾ ਬੋਲੋ, ਮੈਂ ਕਹਿ ਸਕਦਾ ਵੀ ਜੇ ਮੈਂ ਤੁਹਾਡੇ ਨਾਲ ਗਲਤ ਕੀਤਾ ਕੁਛ, ਤੁਸੀਂ ਸੱਚ ਨਾ ਬੋਲੋ, ਮੈਂ ਕਹਿ ਸਕਦਾ? ਬਿਲਕੁਲ ਕਹਿ ਸਕਦੇ। ਜੇਕਰ ਤੁਸੀਂ ਗਲਤ ਆ, ਗਲਤ ਜੇ ਮੈਂ ਤੁਹਾਡੇ ਖਿਲਾਫ ਸੱਚ ਬੋਲਦਾ ਆ, ਤੁਸੀਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਨਹੀਂ ਕਿ ਮੈਂ ਸੱਚ ਉਹ ਮੂਹਰੇ ਨਾ ਲੈ ਕੇ ਆਵਾਂ। ਇਹਨਾਂ ਨੇ ਕੀ ਕੀਤਾ, ਮੈਨੂੰ ਲੀਗਲ ਨੋਟਿਸ ਨਹੀਂ ਦਿੱਤਾ, ਦੇ ਲੈਂਦੇ ਮੈਨੂੰ ਲੀਗਲ ਨੋਟਿਸ, ਫਿਰ ਮੈਂ ਦਿਖਾ ਦਿੰਦਾ ਕੀ ਹੁੰਦਾ ਆ, ਪਰ ਇਹਨਾਂ ਨੇ ਮੈਨੂੰ ਨਹੀਂ ਦਿੱਤਾ, ਮੇਰੀ ਬੇਟੀ ਨੂੰ ਦਿੱਤਾ। ਸਰ ਬੇਟੀ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਜੋ ਜਿੰਨਾ ਕੁ ਮੈਨੂੰ ਲੱਗਦਾ ਹੈ ਵੀ ਬੇਟੀ ਦੇ ਨਾਮ ਤੇ ਤਾਂ ਲੀਗਲ ਨੋਟਿਸ ਬਣਦਾ ਹੀ ਨਹੀਂ ਸੀ, ਕਿਉਂਕਿ ਬੇਟੀ ਨੇ ਨਾ ਤਾਂ ਕਦੀ ਇਹਨਾਂ ਨਾਲ ਕਾਲ ਕੀਤੀ ਹੋਣੀ ਹੈ ਨਾ ਫੋਨ ਕੀਤਾ ਹੋਣਾ ਹੈ, ਇਹ ਤਾਂ ਬਣਦਾ ਹੀ ਨਹੀਂ ਲੀਗਲ ਨੋਟਿਸ ਬੇਟੀ ਦੇ ਨਾਮ। ਬੇਟੀ ਦੇ ਨਾਂ ਤੇ ਤਾਂ ਬਣੇ ਨਾ ਜੇ ਬੇਟੀ ਨੇ ਇਹਨਾਂ ਨੂੰ ਕੋਈ ਸ਼ੇਅਰ ਕੀਤਾ ਹੋਵੇ, ਗਲਤ ਕਿਹਾ ਹੋਵੇ। ਦੂਜੀ ਗੱਲ ਹੈ ਲੀਗਲ ਨੋਟਿਸ ਮੁੱਦਾ ਨਹੀਂ ਹੈ, ਮੁੱਦਾ ਇਹ ਹੈ ਲੋਕਾਂ ਦੀ ਅੱਖਾਂ ਖੋਲਣ ਦਾ ਵੀ ਤੁਸੀਂ ਬੀਬੀ ਕੌਂਸਲ ਦੇ ਕੋਲ ਜਾਓ, ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਤੇ ਲੀਗਲ ਨੋਟਿਸ ਪਾਓ, ਕਾਗਜ਼ ਕੂਗਜ਼ ਤੁਹਾਡੇ ਜੋ ਉਹ ਬਣਾ ਕੇ ਦੇਣਗੇ, ਜਿਵੇਂ ਸੰਦੀਪ ਜੀ ਨੂੰ ਦਿੱਤੇ ਨੇ ਉਹੀ ਹਾਲ ਬਾਕੀ ਨਾਲ ਹੈ, ਕਿਉਂਕਿ 10-12 ਕੇਸ ਜਿਹੜੇ ਆਏ ਹੋਏ ਨੇ। ਜੀ ਸੰਦੀਪ ਜੀ ਮੈਂ ਇੱਕ ਗੱਲ ਕਹਿਣਾ ਵੀ ਜਿਹਨੂੰ ਵੀ ਇਹਨਾਂ ਨੇ ਕੋਈ ਕਾਗਜ਼ ਦਿੱਤਾ ਆ, ਉਹ ਕ੍ਰਾਸ ਚੈੱਕ ਕਰਨ ਲਈ ਉਸ ਕਾਲਜ ਨੂੰ ਮੇਲ ਜ਼ਰੂਰ ਪਾਓ। ਕਈਆਂ ਨੇ ਕਰਾਏ ਵੀ ਹੋਏ ਆ ਜੀ, ਜਿਹੜੀ ਪਹਿਲੀ ਖਬਰ ਕੀਤੀ ਹੈ ਉਹਦੇ ਵਿੱਚ ਦੱਸਿਆ ਹੈ ਵੀ ਇਹਨਾਂ ਨੇ ਜੋ ਹੈ ਉਹ ਸਾਨੂੰ ਫੇਕ ਦਿੱਤਾ, ਕਾਲਜ ਵਾਲਿਆਂ ਨੇ ਕਿਹਾ ਤੁਹਾਡੀ ਕੋਈ ਐਂਟਰੀ ਨਹੀਂ ਆਈ। ਇਹ ਮੈਂ ਤੁਹਾਨੂੰ ਉਹੀ ਕਹਿੰਦਾ, ਜੇ ਮੈਨੂੰ ਵੀ ਹੋਏ ਬਾਕੀਆਂ ਨੂੰ ਵੀ, ਇਹਦਾ ਮਤਲਬ ਬਾਕੀ ਜਿਹੜੀ ਜਨਤਾ ਉਹ ਝੂਠ ਬੋਲਦੀ ਪਈ, ਇਹ ਸੱਚ ਬੋਲਦੇ ਪਏ ਆ। ਫਿਰ ਤਾਂ ਇਹੀ ਗੱਲ ਹੋ ਗਈ, ਲੋਕਾਂ ਦੇ ਪੈਸੇ ਮਾਰੋ, ਆਰਾਮ ਦੇ ਨਾਲ ਬੈਠੋ, ਕਿਹੜਾ ਕੋਈ ਕਾਰਵਾਈ ਹੋਣੀ ਹੈਗੀ ਆ? ਧਮਕੀਆਂ ਦੇ ਚਲੋ, ਕਾਰਵਾਈ ਕੋਈ ਹੋਣੀ ਨਹੀਂ, ਉਹ ਕਿਉਂਕਿ ਜਿਹੜਾ ਵੀ ਬੰਦਾ ਇਹਨਾਂ ਦੇ ਕੋਲ ਆ ਰਿਹਾ ਆ ਉਹ ਹੈਗਾ ਆਊਟ ਆਫ ਚੰਡੀਗੜ੍ਹ। ਪੁਲਿਸ ਕੰਪਲੇਂਟ ਤੁਸੀਂ ਕਰੋਗੇ, ਉਹਨਾਂ ਨੇ ਕਹਿਣਾ ਸਾਡੀ ਜੁਡੀਸ਼ੈਕਸ਼ਨ ਨਹੀਂ ਬਣਦੀ। ਬੰਦਾ ਕਿੰਨੀ ਵਾਰ ਚੰਡੀਗੜ੍ਹ ਆ ਕੇ ਚੱਕਰ ਮਾਰ ਲਊਗਾ ਜੀ। ਤੁਸੀਂ ਪੁਲਿਸ ਕੰਪਲੇਂਟ ਕਰਨ ਦੀ ਸੋਚੀ ਨਹੀਂ? ਮੈਂ ਸੋਚੀ ਸੀ ਜੀ, ਕਿਉਂਕਿ ਮੇਰੇ ਨਾਲ ਸੇਮ ਕੇਸ ਮੇਰੀ ਛੋਟੀ ਬੇਟੀ ਦਾ ਹੋ ਚੁੱਕਾ ਆ। ਠੀਕ ਹੈ ਜੀ, ਮੈਂ ਪੁਲਿਸ ਕੰਪਲੇਂਟ ਕੀਤੀ ਸੀਗੀ, ਉਹਨਾਂ ਨੇ ਸਿੱਟੇ ਵਜੋਂ ਰਿਪੋਰਟ ਕੀ ਭੇਜੀ ਹੈਗੀ ਆ ਕਿ ਸਾਡੀ ਜੁਡੀਸ਼ੈਕਸ਼ਨ ਨਹੀਂ ਬਣਦੀ ਹੈਗੀ। ਕਿਹੜੇ ਚੰਡੀਗੜ੍ਹ ਪੁਲਿਸ ਨੇ ਭੇਜੀ ਹੈ? ਚੰਡੀਗੜ੍ਹ ਪੁਲਿਸ ਨੇ, ਹੁਸ਼ਿਆਰਪੁਰ ਪੁਲਿਸ ਨੇ। ਤੁਸੀਂ ਚੰਡੀਗੜ੍ਹ ਨਹੀਂ ਕੀਤੀ ਕੋਸ਼ਿਸ਼? ਚੰਡੀਗੜ੍ਹ ਨੇ ਮੈਂ ਕੀਤੀ, ਮੈਂ ਉਹ ਵੀ ਕੰਜ਼ਿਊਮਰ ਕੋਰਟ 'ਚ ਪਾਤਾ ਆ। ਸਿੰਪਲ ਆ, ਕੋਰਟ ਆਪੇ ਇਹਨਾਂ ਤੋਂ ਪੁੱਛੋ। ਸੰਦੀਪ ਜੀ ਇਹ ਦੱਸੋ, ਮੈਂ ਲੋਕਾਂ ਲਈ ਤੁਹਾਡੇ ਕੋਲੋਂ ਸਵਾਲ ਪੁੱਛ ਰਿਹਾ, ਬੀਬੀ ਕੌਂਸਲ ਵਾਲੇ ਰਵੀ ਸਾਹਿਬ ਜਿਹੜੇ ਇਸ਼ਤਿਹਾਰਾਂ 'ਚ ਕਹਿੰਦੇ ਨੇ ਗਰੀਬਾਂ ਦਾ ਮਸੀਹਾ, ਪੈਸੇ ਨਾ ਦਿਓ, ਪੈਸੇ ਅਸੀਂ ਦੇਵਾਂਗੇ ਤੇ ਤੁਸੀਂ ਤੁਹਾਡੇ ਬੱਚੇ ਨੂੰ ਭੇਜਾਂਗੇ। ਗਰੀਬ ਬੱਚਾ ਹੁਣ ਕੋਈ ਵੀ ਬਿਨਾਂ ਪੜ੍ਹਾਈ ਤੋਂ ਵਿਦੇਸ਼ ਵਿੱਚ ਜਾਣ ਤੋਂ ਨਹੀਂ ਰਹੇਗਾ, ਪੈਸਿਆਂ ਦੀ ਕਮੀ ਕਰਕੇ ਨਹੀਂ ਰਹੇਗਾ। ਤੁਸੀਂ ਕੀ ਕਦੇ ਕਿਸੇ ਨੂੰ ਸੁਜੈਸਟ ਕਰੋਗੇ, ਰეკਮੈਂਡ ਕਰੋਗੇ ਕਿ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਕੋਲ ਜਾਓ? ਸਰ ਮੈਂ ਤਾਂ ਸਿੱਧੀ ਗੱਲ ਕਹਿੰਦਾ, ਰਵੀ ਸਾਹਿਬ ਹੀ ਨਹੀਂ ਇਕੱਲੇ, ਉਹਦੇ ਵਿੱਚ ਦੋਸ਼ੀ ਸਭ ਤੋਂ ਵੱਡੀ ਪਬਲਿਕ। ਅਸੀਂ ਇਹ ਦੇਖਦੇ ਹੈਗੇ ਆ ਕਿ ਲੁੱਟਣ ਵਾਲੇ ਤੁਹਾਨੂੰ ਬਹੁਤ ਬੈਠੇ ਆ, ਲੁੱਟ ਅਸੀਂ ਆਪ ਹੁੰਦੇ ਆ। ਅਸੀਂ ਛੋਟੇ ਜਿਹੇ ਲਾਲਚ 'ਚ ਫਸ ਜਾਂਦੇ ਆ, ਸਾਡਾ ਤਾਂ ਪੈਸਾ ਲੱਗਣਾ ਕੋਈ ਨਹੀਂ, ਅਸੀਂ ਤਾਂ 3 ਸਾਲ ਬਾਅਦ ਕਿਸ਼ਤ ਸ਼ੁਰੂ ਕਰਾਂਗੇ, 2 ਸਾਲ ਬਾਅਦ ਕਿਸ਼ਤ ਸ਼ੁਰੂ ਕਰਾਂਗੇ, ਸਾਡਾ ਬੱਚਾ ਬਾਹਰ ਚਲੇ ਜਾਊਗਾ। ਲੇਕਿਨ ਉਸ ਐਵਜ ਦੇ ਵਿੱਚ ਤੁਹਾਡੇ ਤੋਂ ਕਿੰਨਾ ਕੁਝ ਲੈ ਲੈਂਦੇ ਇਹ। ਮੁੱਦਾ ਉਸ ਗੱਲ ਦਾ ਆ, ਅਸੀਂ ਇਹਨਾਂ ਲੋਕਾਂ ਨੂੰ ਭੂਹੇ ਚੜਾਇਆ ਹੋਇਆ ਆ, ਅਸੀਂ ਛੋਟੇ ਜਿਹੇ ਲਾਲਚ ਤੋਂ ਇਹਨਾਂ ਅੱਗੇ ਫਸਦੇ ਆ। ਜੇ ਇੱਕ ਅੱਧੇ ਨੂੰ ਇਹਨਾਂ ਨੇ ਦਵਾ ਵੀ ਦਿੱਤਾ, ਉਹਨੇ 10 ਬੰਦੇ ਇਹਨਾਂ ਨੂੰ ਹੋਰ ਦਵਾ ਲੈਣੇ, ਉਹ ਮਾਰੇ ਜਾਣੇ ਆ। ਜੇ ਹੁਣ ਕਿਹਦੇ ਕੋਲ ਮੈਨੂੰ ਤੁਸੀਂ ਦੱਸੋ, ਬੈਂਕ ਤੋਂ ਤੁਸੀਂ ਜਾਂਦੇ ਲੋਨ ਲੈਣ, ਬੈਂਕ ਤੁਹਾਡੇ ਡਾਕੂਮੈਂਟ ਦੇਖਦਾ ਨਾ, ਪੇਪਰ ਵਰਕ ਹੁੰਦਾ, ਸਾਈਨ ਹੁੰਦੇ, ਤੁਹਾਡੀ EMI ਬਣਦੀ, ਤੁਹਾਡੇ ਤੋਂ ਕੋਈ ਨਾ ਕੋਈ ਪਲਾਜ ਗਾਰੰਟੀ ਲੈਂਦੇ। ਇਹ ਕਹਿੰਦੇ ਅਸੀਂ ਲੋਨ ਦਵਾਉਂਦੇ ਆ, ਕਿੱਥੋਂ ਲੋਨ ਦਵਾਉਂਦੇ ਜੀ? ਕਿਹੜੀ ਇੱਦਾਂ ਦੀ ਏਜੰਸੀ ਬੈਠੀ ਆ ਵਿਦਆਊਟ ਪੇਪਰ ਵਰਕ ਤੁਹਾਨੂੰ ਲੋਨ ਦੇ ਰਹੀ ਆ? ਕੋਈ ਹੈਗੀ ਇੱਦਾਂ ਦੀ? ਇਹ ਆਪ ਹੀ ਫਾਈਨੈਂਸ ਕਰਦੇ ਹੋਣਗੇ। ਜੇ ਆਪ ਹੀ ਫਾਈਨੈਂਸ ਕਰਦੇ ਹੈਗੇ ਆ ਤੇ ਫਿਰ ਫੇਕ ਡਾਕੂਮੈਂਟ ਕਾਹਤੇ ਦਿੰਦੇ ਆ? ਜੇ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ, ਉਹਦੀ ਆਵਾਜ਼ ਨਹੀਂ ਅੱਗੇ ਆਣੀ, ਇੱਦਾਂ ਦੇ 10 ਬੰਦੇ ਹੋਰ ਉੱਠਣੇ ਆ, ਲੋਕਾਂ ਦੇ ਪੈਸੇ ਮਾਰੋ, ਆਰਾਮ ਨਾਲ ਐਸ਼ ਕਰੋ। ਮੈਨੂੰ ਤਾਂ ਸ਼ੱਕ ਹੈ ਕਿਤੇ ਹੋਰ ਮਹੀਨੇ 1.5 ਮਹੀਨੇ ਬਾਅਦ ਇਹ ਫੌਰਨ ਨਾ ਚਲੇ ਜਾਵੇ। ਇਹਦਾ ਤਾਂ ਪਾਸਪੋਰਟ ਸਰੈਂਡਰ ਕਰਾਉਣਾ ਚਾਹੀਦਾ ਸਰਕਾਰ ਨੂੰ, ਰਵੀ ਸਾਹਿਬ ਦਾ। ਬਿਲਕੁਲ, ਇਹਦਾ ਪਾਸਪੋਰਟ ਸਰੈਂਡਰ ਕਰਾਉਣਾ ਚਾਹੀਦਾ। ਮੈਂ ਤਾਂ ਕੋਰਟ ਦੇ ਵਿੱਚ ਵੀ ਆਪਣੇ ਕੰਜ਼ਿਊਮਰ ਕੋਰਟ 'ਚ ਵੀ ਇਹ ਮੰਗ ਰੱਖੂੰਗਾ ਕਿ ਜਦ ਤੱਕ ਇਹ ਮੈਟਰ ਸੌਰਟ ਆਊਟ ਨਹੀਂ ਹੁੰਦਾ ਤਾਂ ਪਾਸਪੋਰਟ ਸਰੈਂਡਰ ਕਰਾਇਆ ਜਾਵੇ। ਪਤਾ ਨਹੀਂ ਕਿੰਨੇ ਕਰੋੜ ਦਾ, ਜੇ ਮੇਰੇ ਨਾਲ 12.5 ਲੱਖ ਆ, 10 ਬੰਦਿਆਂ ਨਾਲ ਹੋ ਗਿਆ 1 ਕਰੋੜ 20 ਲੱਖ ਹੋ ਗਿਆ ਜੀ। ਪਤਾ ਨਹੀਂ ਕਿੰਨੇ ਕੁ ਹੋਣੇ ਆ ਹੱਲੇ, ਵੀ ਕਿੰਨੇ ਕੁ ਕਰੋੜਾਂ ਦਾ ਨਿਕਲਣਾ, ਉਹ ਤਾਂ ਦੌੜ ਜਾਊਗਾ, ਉਹਨੂੰ ਕੀ ਜਾਣਾ, ਕਿੱਥੋਂ ਫੜ ਲੈਣਾ ਤੁਸੀਂ? ਮੈਂ ਫਿਰ ਪੁੱਛਦਾ, ਤੁਸੀਂ ਲੋਕਾਂ ਨੂੰ ਰეკਮੈਂਡ ਕਰੋਗੇ ਕਿ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਕੋਲ ਜਾਓ? ਮੈਂ ਕਦੀ ਨਹੀਂ ਰეკਮੈਂਡ ਕਰਾਂਗਾ,
ਕਦੀ ਵੀ ਨਹੀਂ। ਮੈਂ ਕਹਿੰਦਾ ਇਦਾਂ ਦੇ ਕਿਸੇ ਏਜੰਟ ਕੋਲ ਨਹੀਂ ਜਾਣਾ। ਜਿੱਥੇ ਤੁਸੀਂ ਜਾਓ ਪਹਿਲਾਂ ਉਹਦਾ ਪ੍ਰੋਪਰ ਗਵਰਨਮੈਂਟ ਰਿਕਾਰਡ ਦੇਖੋ, ਵੀ ਪਹਿਲਾਂ ਉਹਨਾਂ ਤੋਂ ਪੁੱਛੋ ਵੀ ਤੁਹਾਡਾ ਆਪਣੀ ਰਜਿਸਟ੍ਰੇਸ਼ਨ ਦਿਖਾ ਲਓ ਕਿੱਥੇ ਹੈ, ਤਾਂ ਕਿ ਤੁਹਾਡੇ ਨਾਲ ਕੱਲ੍ਹ ਕੁਛ ਹੋ ਜਾਵੇ ਤੁਸੀਂ ਉਸ ਬਿਹਾਫ ਤੇ ਗਵਰਨਮੈਂਟ ਨੂੰ ਕੰਟੈਕਟ ਕਰ ਸਕੋ। ਮੇਰੀ ਤਾਂ ਇਹ ਸੁਜੈਸ਼ਨ ਆ। ਰਵੀ ਸਾਹਿਬ ਤਾਂ ਵੈਸੇ ਹੀ ਫਰਾਡ ਬੈਠੇ ਆ। ਉਹ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਸੰਦੀਪ ਕੁਮਾਰ ਜੀ ਹੁਸ਼ਿਆਰਪੁਰ ਤੋਂ ਆਏ ਨੇ ਤੇ ਆਪਣੀ ਹੱਡਬੀਤੀ ਇਹਨਾਂ ਨੇ ਬਿਆਨ ਕੀਤੀ ਹੈ। ਸਿਰਫ ਸੰਦੀਪ ਕੁਮਾਰ ਜੀ ਨਹੀਂ, ਐਸੇ ਕਈ ਹੋਰ ਪੀੜਤ ਨੇ ਜੋ ਬੀਬੀ ਕੌਂਸਲ ਤੋਂ ਸਤਾਏ ਹੋਏ ਨੇ। 6-7 ਪਰਿਵਾਰਾਂ ਦੀ ਹੱਡਬੀਤੀ ਤਾਂ ਅਸੀਂ ਤੁਹਾਨੂੰ ਪਹਿਲੀ ਰਿਪੋਰਟ ਵਿੱਚ ਵੀ ਸੁਣਾਈ ਸੀ। ਤੇ ਮੋਡਸ ਆਪਰੈਂਟੀ ਇਹੀ ਹੈ, 35,000 ਰੁਪਏ ਪਹਿਲਾਂ ਲੈ ਕੇ ਬਾਕੀ ਜੋ ਕੁਝ ਸੰਦੀਪ ਜੀ ਨਾਲ ਹੋਇਆ ਇਹਨਾਂ ਨੇ ਦੱਸਿਆ ਤੁਹਾਨੂੰ। ਪਰ ਸਿਰਫ ਸੰਦੀਪ ਜੀ ਦਾ ਪੱਖ ਨਹੀਂ, ਅਸੀਂ ਕੋਸ਼ਿਸ਼ ਕੀਤੀ, ਇੱਕ ਵਾਰ ਨਹੀਂ 2 ਵਾਰ ਕੋਸ਼ਿਸ਼ ਕੀਤੀ ਰਵੀ ਸਾਹਿਬ ਉਰਫ ਰਵੀ ਬਰਾੜ ਉਰਫ ਰਵਿੰਦਰ ਸਿੰਘ ਬਰਾੜ ਦੇ ਨਾਲ ਸੰਪਰਕ ਕਰਨ ਦੀ। ਉਹਨਾਂ ਨਾਲ ਫੋਨ ਤੇ ਵੀ ਗੱਲ ਕੀਤੀ, ਮੈਸੇਜ ਵੀ ਸੁਨੇਹਾ ਉਹਨਾਂ ਨੂੰ ਘੱਲਿਆ ਤੇ ਖੁੱਲੀ ਅਸੀਂ ਇਨਵੀਟੇਸ਼ਨ ਦਿੱਤੀ ਹੈ, ਓਪਨ ਇਨਵੀਟੇਸ਼ਨ ਕਿ ਤੁਸੀਂ ਆਓ, ਸਵਾਲਾਂ ਦੇ ਜਵਾਬ ਦਿਓ। ਪਰ ਅੱਜ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਰੀਸੈਂਟਲੀ ਵੀ ਤੁਹਾਡੀ ਸਕਰੀਨ ਤੇ ਮੈਸੇਜ ਤੁਸੀਂ ਦੇਖ ਸਕਦੇ ਹੋ। ਜੋ ਮੈਸੇਜ ਅਸੀਂ ਰਵੀ ਸਾਹਿਬ ਹੋਣਾ ਨੂੰ ਪਾਇਆ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਅਸੀਂ ਲਿਖਿਆ ਹੈ ਕਿ ਤੁਹਾਡੇ ਖਿਲਾਫ ਕਈ ਕਲਾਇੰਟਸ ਜੋ ਨੇ ਉਹ ਬੋਲ ਰਹੇ ਨੇ, ਕਈ ਸ਼ਿਕਾਇਤਾਂ ਆਈਆਂ ਨੇ ਤੇ ਕਿਰਪਾ ਕਰਕੇ ਸਵਾਲਾਂ ਦੇ ਜਵਾਬ ਦਿਓ। ਫਿਰ ਕੱਲ੍ਹ ਨੂੰ ਤੁਸੀਂ ਐਂ ਨਾ ਕਹੀਓ ਜਿਵੇਂ ਸੰਦੀਪ ਜੀ ਨੂੰ ਧਮਕੀ ਦਿੱਤੀ ਹੈ ਲੀਗਲ ਨੋਟਿਸ ਭੇਜ ਕੇ ਕਿ ਲੀਗਲ ਨੋਟਿਸ ਦੇ ਕੇ ਦਬਾ ਲਓਗੇ। ਸੱਚ ਕਿਸੇ ਦੇ ਵੀ ਦਬਾਇਆ ਦਬਦਾ ਨਹੀਂ ਹੁੰਦਾ ਰਵੀ ਸਾਹਿਬ। ਤੇ ਇਹ ਮੈਸੇਜ ਲੋਕਾਂ ਦੇ ਸਾਹਮਣੇ ਇਸ ਕਰਕੇ ਕਿਉਂਕਿ ਸਾਡੇ ਵੱਲੋਂ ਇੱਕ ਵਾਰ ਨਹੀਂ 2 ਵਾਰ ਜੂਨ ਮਹੀਨੇ ਵੀ ਅਸੀਂ ਉਹਨਾਂ ਨੂੰ 16 ਜੂਨ ਨੂੰ ਮੈਸੇਜ ਪਾਇਆ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਫਾਦਰ ਸਾਹਿਬ ਦੀ ਤਬੀਅਤ ਠੀਕ ਨਹੀਂ ਹੈ, ਉਹ ਦਿੱਲੀ 'ਚ ਐਡਮਿਟ ਨੇ ਮੇਰੇ ਖਿਆਲ ਦੇ ਵਿੱਚ, ਤੇ ਮੈਂ ਵੀ 1 ਹਫ਼ਤੇ ਤੋਂ ਨਹੀਂ ਆ ਰਿਹਾ। ਹਾਲਾਂਕਿ ਜਦੋਂ ਇਹ ਮੈਸੇਜ ਪਾਇਆ ਸੀ ਉਹਨਾਂ ਨੇ 21 ਜੂਨ ਨੂੰ, ਉਸ ਦਿਨ ਵੀ ਉਹ ਆਪਣੇ ਦਫ਼ਤਰ 'ਚ ਹੀ ਬੈਠੇ ਸੀ। ਸਾਨੂੰ ਝੂਠ ਕਿਹਾ ਗਿਆ ਕਿਉਂਕਿ ਸਾਡੇ ਗੁਪਤ ਤੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਸੀ ਕਿ ਦਫ਼ਤਰ 'ਚ ਹੀ ਬੈਠੇ ਨੇ। ਖੈਰ ਕਿਉਂ ਝੂਠ ਬੋਲਿਆ ਇਹ ਰਵੀ ਸਾਹਿਬ ਜਾਣਦੇ ਨੇ, ਪਰ ਅੱਜ ਤੱਕ ਰਵੀ ਸਾਹਿਬ ਨੇ ਸਾਨੂੰ ਨਾ ਟਾਈਮ ਦਿੱਤਾ ਹੈ ਸਵਾਲਾਂ ਦੇ ਜਵਾਬ ਦੇਣ ਦਾ ਤੇ ਨਾ ਹੀ ਕੋਈ ਸੰਤੋਸ਼ਜਨਕ ਸੈਟਿਸਫੈਕਟਰੀ ਜਵਾਬ ਹੀ ਦੇ ਸਕੇ ਨੇ। ਪਰ ਇਹ ਵੀਡੀਓ ਸਿਰਫ ਸ਼ੁਰੂਆਤ ਹੈ, ਹਾਲੇ ਤਾਂ ਸ਼ੁਰੂਆਤ ਹੈ। ਹਾਲੇ ਬੀਬੀ ਕੌਂਸਲ ਵਾਲੇ ਰਵੀ ਸਾਹਿਬ ਤੋਂ ਪਰੇਸ਼ਾਨ ਤੇ ਰਵੀ ਸਾਹਿਬ ਵੱਲੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਪੀੜਤਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਤੇ ਜਿਵੇਂ ਮੈਂ ਕਿਹਾ ਹਾਲੇ ਸ਼ੁਰੂਆਤ ਹੈ, ਅੱਗੇ ਹੋਰ ਐਸੀਆਂ ਹੱਡਬੀਤੀਆਂ, ਐਸੀਆਂ ਕਹਾਣੀਆਂ ਸਾਹਮਣੇ ਜ਼ਰੂਰ ਆਉਣਗੀਆਂ। ਤੇ ਇੱਕ ਵਾਰ ਫਿਰ ਇਸ ਵੀਡੀਓ ਰਾਹੀਂ ਵੀ ਜੇਕਰ ਰਵੀ ਸਾਹਿਬ ਕੁਝ ਵੀ ਕਹਿਣਾ ਚਾਹੁੰਦੇ ਨੇ ਓਪਨ ਸਪੇਸ ਵਿੱਚ ਬੈਠਣ, ਜਿਹੜੇ ਚੈਨਲਾਂ ਤੋਂ ਸਾਨੂੰ ਸਿਫਾਰਿਸ਼ਾਂ ਕਰਵਾਈਆਂ ਨੇ ਉਹਨਾਂ ਨੂੰ ਵੀ ਬੁਲਾਉਣ, ਅਸੀਂ ਵੀ ਲਾਈਵ ਕਰਾਂਗੇ, ਉਹ ਚੈਨਲ ਵਾਲੇ ਵੀ ਲਾਈਵ ਕਰਨ, ਜਿੱਥੇ ਇਸ਼ਤਿਹਾਰ ਦਿੰਦੇ ਨੇ ਉਹ ਚੈਨਲ ਵੀ ਲਾਈਵ ਕਰਨ ਤੇ ਦੇਣ ਸਵਾਲਾਂ ਦੇ ਜਵਾਬ। ਪੀੜਤ ਵੀ ਆਉਣਗੇ, ਰਵੀ ਸਾਹਿਬ ਵੀ ਹੋਣਗੇ, ਅਸੀਂ ਵੀ ਹੋਵਾਂਗੇ। ਜਨਤਾ ਸਾਫ਼ ਲਾਈਵ ਦੇਖੇਗੀ ਤੇ ਨਾਲ ਬਿਠਾਵਾਂਗੇ ਐਕਸਪਰਟ ਨੂੰ। ਉਸ ਦਿਨ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਸੰਦੀਪ ਜੀ ਨੇ ਤਾਂ ਆਪਣੀ ਹੱਡਬੀਤੀ ਬਿਆਨ ਕਰਕੇ ਸ਼ੁਰੂਆਤ ਕੀਤੀ ਹੈ, ਪਰ ਬੀਬੀ ਕੌਂਸਲ ਤੋਂ ਤੇ ਰਵੀ ਸਾਹਿਬ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਐਸੇ ਕਈ ਪੀੜਤ ਨੇ ਜੋ ਹੁਣ ਬਾਰੀ-ਬਾਰੀ ਸਾਹਮਣੇ ਵੀ ਆਉਣਗੇ ਤੇ ਆਪਣੀ ਹੱਡਬੀਤੀ ਵੀ ਸੁਣਾਉਣਗੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।